Good morning, students. This is your second chapter, reading 2. Before starting the chapter, I want to know, do you know what is a seashell? Yes, seashells we can collect them from the beach. In this story, we also read about these seashells. Thus, this whole story is about a little girl called Val and her grandmother and their trip to the beach. ये ਜਿਹੜੀ छोटी जी कहानी है एक छोटी जी लड़की ਵੈਲ ਦੀ ਹੈ और उसकी ग्रैंडमदर ਦੀ ਹੈ और ਜਦੋਂ ਉਹ ਦੋਵੇਂ बीच ਤੇ ਗਏ ਉਸ ਬਾਰੇ ਹੈ। In this story you will read about shells with different names. ਇਸ ਕਹਾਣੀ ਵਿੱਚ ਤੁਸੀਂ ਵੱਖਰੇ ਵੱਖਰੇ ਨਾਮ ਵਾਲੇ ਸ਼ੈਲਸ ਬਾਰੇ ਪੜ੍ਹੋਗੇ। These names relate to the color or the shape of the shells. ਸ਼ੈਲਸ ਦੇ ਇਹ ਨਾਮ ਜਾਂ ਤਾਂ ਉਹਨਾਂ ਦੇ ਰੰਗਾਂ ਕਰਕੇ ਨੇ ਜਾਂ ਫਿਰ ਉਸ ਦੇ ਆਕਾਰ ਕਰਕੇ ਹਨ। ਹੈਵ ਯੂ ਸੀਨ ਸ਼ੈਲਸ ਔਨ ਅ ਬੀਚ? ਕੀ ਤੁਸੀਂ ਕਦੇ ਬੀਚ 'ਤੇ ਸ਼ੈਲ ਵੇਖੇ? ਕੈਨ ਯੂ ਆਈਡੈਂਟੀਫਾਈਡ ਦੈਮ? ਕੀ ਤੁਸੀਂ ਉਹਨਾਂ ਨੂੰ ਪਹਿਚਾਣ ਸਕਦੇ ਹੋ? Note that the story was written by an American author and there are a number of American words and spellings in it. ਇਹ ਜਿਹੜੀ ਕਹਾਣੀ ਇੱਕ ਅਮਰੀਕਨ ਔਥਰ ਦੀ ਲਿਖੀ ਹੋਈ ਹੈ ਔਰ ਇਸ ਵਿੱਚ ਕਈ ਅਮਰੀਕਨ ਵਰਡਸ ਅਤੇ ਉਹਨਾਂ ਦੇ ਸਪੈਲਿੰਗਸ ਲਿਖੇ ਹੋਏ ਹਨ। Basically we read the British English in our general life, but this story is written by American author, so there are so many words of American language. Baby's ears ਬੱਚੇ ਦੇ ਕੰਨ। ਇੱਕ ਛੋਟੇ ਜਿਹੇ ਬੱਚੇ ਦੇ ਕੰਨ ਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਹੈ? Yes, mom poured herself a glass of orange juice. ਮੰਮਾ ਨੇ ਆਪਣੇ ਲਈ orange juice ਇੱਕ ਗਲਾਸ ਵਿੱਚ ਪਾਇਆ। I'm worried about grandma, she said. ਔਰ ਉਹ ਕਹਿਣ ਲੱਗੇ ਕਿ ਉਹ grandma ਲਈ ਬਹੁਤ ਚਿੰਤਿਤ ਹਨ। I was pouring syrup on my French toast, hot and sweet, just the way I like it. French toast. It is a bread with egg and fried. ठीक है, basically it is known as toast in our language. और syrup is an American word which means sauce. मैं अपने फ्रेंच टोस्ट के ऊपर सॉस लगाई जो कि गरम और मिठा सी और जस्ट अ वे आई लाइक इट और इस तरह का ही टोस्ट खाना मैनू पसंद है। वाई आई आस्क्ड एज आई लिक्ड अ ड्रॉप ऑफ सिरप फ्रॉम माई फोक। क्यों? मैं उन्होंने पूछा और जिस नाल ही मैं अपने फोक तो सिरप ਦਾ ਜਿਹੜਾ ਡਰੋਪ ਲਗਾਇਆ ਸੀ ਉਸਨੂੰ ਲਿਕ ਕਰ ਲਿਆ, ਚੱਟ ਲਿਆ। ਵੈਲ ਰਿਮੈਂਬਰ ਬਿਫੋਰ ਸ਼ੀ ਮੂਵ ਟੂ ਫਲੋਰੀਡਾ ਹਾਊ ਓਨਲੀ ਗ੍ਰੈਂਡਮਾ ਵੁੱਡ ਗੈਟ ਅਪ। ਮਦਰ ਕਹਿਣ ਲੱਗੇ ਤੈਨੂੰ ਯਾਦ ਹੋਏਗਾ ਕਿ ਗ੍ਰੈਂਡਮਦਰ ਫਲੋਰੀਡਾ ਆਉਣ ਤੋਂ ਪਹਿਲਾਂ ਕਿੰਨੀ ਜਲਦੀ ਉੱਠ ਜਾਂਦੇ ਸੀ। ਬਿਫੋਰ ਦਾ ਸਨ ਆਈ ਸੈਡ ਟੂ ਮੇਕ ਪੈਨਕੇਕਸ। ਮੈਂ ਕਹਿ ਰਿਹਾ ਹਾਂ ਸੂਰਜ ਵੀ ਨਿਕਲਣ ਤੋਂ ਪਹਿਲਾਂ ਔਰ ਉਹ ਪੈਨਕੇਕ ਬਣਾਉਣ ਲਈ। My mom nodded, but now grandma sleeps most of the day or watches TV. ਮੇਰੀ ਮਾਂ ਨੇ ਸਿਰ ਹਿਲਾਇਆ। ਕਹਿੰਦੇ ਪਰ ਹੁਣ ਗ੍ਰੈਂਡਮਾ ਦਿਨ ਜ਼ਿਆਦਾਤਰ ਸਮਾਂ ਸੁੱਤੇ ਰਹਿੰਦੇ ਹੈ ਜਾਂ ਫਿਰ ਟੈਲੀਵਿਜ਼ਨ ਦੇਖਦੇ ਹਨ। I can't get her out of the house and she won't try to make friends. ਉਹ ਮੇਰੇ ਨਾਲ ਘਰ ਤੋਂ ਬਾਹਰ ਵੀ ਨਹੀਂ ਜਾਂਦੇ। ਮੈਂ ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਲਿਜਾ ਸਕੀ ਔਰ ਉਹ ਫਰੈਂਡਸ ਵੀ ਨਹੀਂ ਬਣਾਉਂਦੇ। Mom frowned and lowered her voice. ਮੋਮ ਦੇ ਮੱਥੇ 'ਤੇ ਦੁੱਖ ਅਤੇ ਪਰੇਸ਼ਾਨੀ ਨਾਲ ਤਿਉਰੀ ਪੈ ਗਈ ਔਰ ਉਹਨਾਂ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਗ੍ਰੈਂਡਮਾਸ ਈਵਨ ਟਾਕਿੰਗ ਅਬਾਊਟ ਗੋਇੰਗ ਬੈਕ ਟੂ ਨਿਊਯਾਰਕ। ਔਰ ਈਵਨ ਕਿ ਗ੍ਰੈਂਡਮਾ ਵਾਪਸ ਨਿਊਯਾਰਕ ਜਾਣ ਦੀ ਗੱਲ ਕਰ ਰਹੇ ਹਨ। ਬੈਕ ਟੂ ਨਿਊਯਾਰਕ ਬਟ ਯੂ ਸੈਡ ਦੈਟ ਸ਼ੀ ਕੁਡ ਨਾਟ ਲਿਵ ਅਲੋਨ ਐਨੀ ਮੋਰ। ਦੈਟਸ ਵਾਈ ਸ਼ੀ ਕੇਮ ਟੂ ਲਿਵ ਹੇਅਰ। I like Florida. Of course, I have a lot of girlfriends to play with in my 6th grade class. ਮੈਂ ਕਿਹਾ ਵਾਪਸ ਨਿਊਯਾਰਕ? ਪਰ ਤੁਸੀਂ ਤਾਂ ਕਹਿ ਰਹੇ ਸੀ ਕਿ ਉੱਥੇ ਹੁਣ ਇਕੱਲੇ ਨਹੀਂ ਰਹਿ ਸਕਦੇ ਸੀ, ਇਸੇ ਕਰਕੇ ਤਾਂ ਉਹ ਇੱਥੇ ਰਹਿਣ ਆਏ ਨੇ। ਮੈਨੂੰ ਵੀ ਫਲੋਰੀਡਾ ਪਸੰਦ ਹੈ ਔਰ ਆਫ ਕੋਰਸ ਇੱਥੇ ਮੇਰੇ 6th ਕਲਾਸ ਵਿੱਚ ਪੜ੍ਹਦੇ ਹੋਏ ਮੇਰੀਆਂ ਕਈ ਸਾਰੀਆਂ ਲੜਕੀਆਂ ਦੋਸਤ ਬਣ ਗਈਆਂ ਹਨ।
If grandma went back to New York, she would have to live in a nursing home, my mother told me. ਮੇਰੇ ਮਦਰ ਨੇ ਮੈਨੂੰ ਦੱਸਿਆ ਕਿ ਜੇ ਕਿ ਗ੍ਰੈਂਡਮਾ ਵਾਪਸ ਨਿਊਯਾਰਕ ਚਲੇ ਗਏ ਤਾਂ ਉੱਥੇ ਉਹਨਾਂ ਨੂੰ ਇੱਕ ਨਰਸਿੰਗ ਹੋਮ ਵਿੱਚ ਰਹਿਣਾ ਪਵੇਗਾ। That is a place where old people live and nurses take care of them. ਇਹ ਉਹ ਥਾਂ ਹੁੰਦੀ ਹੈ ਨਰਸਿੰਗ ਹੋਮ ਜਿੱਥੇ ਕਿ ਬਜ਼ੁਰਗ ਲੋਕ ਰਹਿੰਦੇ ਹਨ ਅਤੇ ਨਰਸਾਂ ਉੱਥੇ ਉਹਨਾਂ ਦੀ ਦੇਖਭਾਲ ਕਰਦੀਆਂ ਹਨ। It sounds like a hospital to me, I said. I thought for a moment, I will find a way to make grandma like Florida. ਮੈਂ ਮੰਮਾ ਨੂੰ ਦੱਸਿਆ ਕਿ ਮੈਨੂੰ ਤਾਂ ਉਹ ਜਗ੍ਹਾ ਇੱਕ ਹੌਸਪੀਟਲ ਵਰਗੀ ਲੱਗਦੀ ਏ। ਫਿਰ ਮੈਂ ਕੁਝ ਸਮੇਂ ਲਈ ਸੋਚਿਆ ਅਤੇ ਮੈਨੂੰ ਇੱਕ ਰਸਤਾ ਲੱਭ ਗਿਆ ਤਾਂ ਕਿ ਗ੍ਰੈਂਡਮਾ ਨੂੰ ਫਲੋਰੀਡਾ ਸ਼ਹਿਰ ਜਿਹੜਾ ਪਸੰਦ ਆਵੇ। ਫਲੋਰੀਡਾ USA ਦਾ ਇੱਕ ਸ਼ਹਿਰ ਹੈ। Mom smiled and said, I wish you could. Mom smile ਕੀਤੇ ਔਰ ਕਹਿਣ ਲੱਗੇ ਕਿ ਮੈਂ ਆਸ ਕਰਦੀ ਹਾਂ ਕਿ ਤੂੰ ਇਸ ਤਰ੍ਹਾਂ ਕਰ ਲਵੇਂਗੀ। After school, I saw grandmother watching television and figured she had not moved all day. ਸਕੂਲ ਤੋਂ ਆਉਣ ਤੋਂ ਬਾਅਦ ਮੈਂ ਗ੍ਰੈਂਡਮਾ ਨੂੰ TV ਵੇਖਦੇ ਹੋਏ ਦੇਖਿਆ ਅਤੇ ਮੈਨੂੰ ਮਹਿਸੂਸ ਹੋਇਆ ਕਿ ਇਹ ਸਾਰਾ ਦਿਨ ਇੱਥੋਂ ਹਿੱਲੇ ਹੀ ਨਹੀਂ ਸੀ। In my room, I sat on my bed and took out my seashell collection. मैं अपने कमरे 'ਚ बैठी सी और मैं अपने seashell ਦਾ collection ਕੱਢਿਆ। I had found stripped waggles, purple sea snails and even a queen conch shell. मैं ਆਪਣੇ ਸਾਰੇ shells ਬਾਹਰ ਕੱਢੇ ਜਿਨ੍ਹਾਂ ਵਿੱਚ ਧਾਰੀਆਂ ਵਾਲਾ ਵੈਲਕ, ਪਰਪਲ ਕਲਰ ਦਾ ਸਮੁੰਦਰ ਦੇ ਵਿੱਚ ਮਿਲਣ ਵਾਲਾ ਸਨੇਲ ਅਤੇ ਇੱਕ ਕੁਈਨ ਕਾਉਂਚ ਸ਼ੈਲ ਵੀ ਸੀ। ਯੂ ਕੈਨ ਹੋਲਡ ਅ ਕਾਉਂਚ ਸ਼ੈਲ ਅਪ ਟੂ ਯੂਅਰ ਈਅਰ ਐਂਡ ਐਕਚੁਅਲੀ ਹੀਅਰ ਦਾ ਓਸ਼ਨ ਵੇਵਸ। ਕਾਉਂਚ ਸ਼ੈਲ ਬੇਟਾ ਇਸ ਤਰ੍ਹਾਂ ਦਾ ਹੁੰਦਾ ਹੈ ਜਿਸ ਨੂੰ ਕਿ ਜਦੋਂ ਕੰਨ ਦੇ ਕੋਲ ਲੈ ਕੇ ਜਾਈਏ ਅਤੇ ਸਾਨੂੰ ਉਹਦੇ ਵਿੱਚੋਂ ਸਮੁੰਦਰ ਦੀਆਂ ਲਹਿਰਾਂ ਵਰਗੀ ਆਵਾਜ਼ ਆਉਂਦੀ ਹੈ। ਮਾਈ ਵੈਰੀ ਫੇਵਰੇਟ ਸ਼ੈਲ ਵਾਸ ਕਾਲਡ ਅ ਬੇਬੀਜ਼ ਈਅਰ। ਔਰ ਮੇਰਾ ਜਿਹੜਾ ਸਭ ਤੋਂ ਜ਼ਿਆਦਾ ਫੇਵਰੇਟ ਸ਼ੈਲ ਸੀ ਉਸ ਨੂੰ ਮੈਂ ਕੀ ਨਾਮ ਦਿੱਤਾ ਹੋਇਆ ਸੀ? ਬੇਬੀਜ਼ ਈਅਰ। ਇਟਸ ਅ ਬਿਊਟੀਫੁਲ ਵਾਈਟ ਸ਼ੈਲ ਸ਼ੇਪ ਜਸਟ ਲਾਈਕ ਦਾ ਈਅਰ ਆਫ ਅ ਬੇਬੀ। ਔਰ ਇਸ ਨੂੰ ਮੈਂ ਕਿਉਂ ਬੇਬੀ ਨਾਮ ਦਿੱਤਾ ਸੀਗਾ? ਕਿਉਂਕਿ ਇੱਕ ਛੋਟੇ ਬੱਚੇ ਦੇ ਕੰਨ ਵਰਗਾ, ਬਿਲਕੁਲ ਛੋਟੇ ਬੱਚੇ ਦੇ ਕੰਨ ਦੇ ਆਕਾਰ ਦਾ ਇਹ ਬਹੁਤ ਹੀ ਖੂਬਸੂਰਤ ਵਾਈਟ ਸ਼ੈਲ ਸੀ। ਓਲਡ ਸਵਰਲੀ ਐਂਡ ਡੈਲੀਕੇਟ, ਬਹੁਤ ਹੀ ਸੌਫਟ ਔਰ ਸਵਰਲੀ। ਜੋ ਸਵਰਲੀ ਕੀ ਹੁੰਦਾ ਬੇਟਾ? ਸਵਰਲੀ ਮੀਨਸ ਇਸ ਤਰ੍ਹਾਂ ਜੋ ਕਿ ਲੱਗ ਰਿਹਾ ਕਿ ਹੁਣੇ ਘੁੰਮ ਜਾਏਗਾ, ਰਾਊਂਡ ਘੁੰਮਣ ਵਾਲੀ ਚੀਜ਼, ਦੈਟ ਇਜ਼ ਸਵਰਲੀ। ਲੁਕਿੰਗ ਐਟ ਮਾਈ ਸ਼ੀਸ਼ੈਲ ਗੇਵ ਮੀ ਐਨ ਆਈਡੀਆ। ਆਪਣੇ ਸ਼ੀਸ਼ੈਲ ਵੱਲ ਜਦੋਂ ਮੈਂ ਦੇਖ ਰਹੀ ਸੀ ਅਤੇ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ। ਆਈ ਵੈਂਟ ਇਨ ਟੂ ਦਾ ਲਿਵਿੰਗ ਰੂਮ ਐਂਡ ਸੈਟ ਔਨ ਦਾ ਕਾਊਚ। ਕਾਊਚ ਬੇਟਾ ਇਟ ਇਜ਼ ਆਲਸੋ ਅਮੈਰੀਕਨ ਵਰਡ, ਇਟ ਮੀਨਸ ਸੋਫਾ। ਮੈਂ ਆਪਣੇ ਲਿਵਿੰਗ ਰੂਮ ਜਿਹਨੂੰ ਆਪਾਂ ਡਰਾਇੰਗ ਰੂਮ ਵੀ ਕਹਿੰਦੇ ਹਾਂ ਉੱਥੇ ਗਈ ਔਰ ਇੱਕ ਸੋਫੇ 'ਤੇ ਬੈਠ ਗਈ। ਡਿਡ ਯੂ ਐਵਰ ਗੋ ਟੂ ਦਾ ਬੀਚ ਵੈਨ ਯੂ ਆਰ ਲਿਟਲ ਗ੍ਰੈਂਡਮਾ? ਆਈ ਆਸਕ। ਮੈਂ ਗ੍ਰੈਂਡਮਾ ਨੂੰ ਪੁੱਛਿਆ ਕਿ ਤੁਸੀਂ ਜਦੋਂ ਛੋਟੇ ਹੁੰਦੇ ਸੀ ਕਦੇ ਸਮੁੰਦਰ ਦੇ ਕੰਢੇ 'ਤੇ ਗਏ? Once my mother took me by, I did not enjoy it at all, she said, frowning. Frowning ਹੁੰਦਾ ਮੱਥੇ 'ਤੇ ਤਿਉੜੀ ਪਾਉਣਾ, ਠੀਕ ਹੈ। ਉਹਨਾਂ ਨੇ ਕਿਹਾ ਮੱਥੇ 'ਤੇ ਤਿਉੜੀ ਪਾਉਂਦੇ ਹੋਏ। ਇੱਕ ਵਾਰੀ ਮੇਰੇ ਮਦਰ ਮੈਨੂੰ ਉੱਥੇ ਲੈ ਕੇ ਗਏ ਸੀ ਪਰ ਮੈਨੂੰ ਉੱਥੇ ਕੋਈ ਖਾਸ ਮਜ਼ਾ ਨਹੀਂ ਆਇਆ। Really? I took an oatmeal cookie from the plate on the coffee table. Why not? ਮੈਂ ਉਹਨਾਂ ਨੂੰ ਰੁਝਾਨ ਲਈ ਫਿਰ ਗੱਲ ਸ਼ੁਰੂ ਕੀਤੀ, ਸੱਚੀ? ਅਤੇ ਨਾਲ ਹੀ ਕੌਫੀ ਟੇਬਲ 'ਤੇ ਪਈ ਹੋਈ ਓਟਮੀਲ ਦੀ ਜਿਹੜੀ ਕੁਕੀ ਸੀ ਉਸ ਨੂੰ ਲੈ ਕੇ ਪਲੇਟ ਵਿੱਚੋਂ ਲਿਆ। ਕਿਉਂ ਨਹੀਂ? I'm afraid of the water and I can't swim. Grandma pursued her lips as though she had tasted a lemon. Grandma ਨੇ ਆਪਣੇ ਬੁੱਲ ਸਿਕੋੜਦੇ ਹੋਏ ਜਿਵੇਂ ਕਿ ਕਿਤੇ ਉਹਨਾਂ ਨੇ ਨਿੰਬੂ ਨੂੰ ਟੇਸਟ ਕਰ ਲਿਆ ਹੁੰਦਾ ਹੈ, ਕਹਿਣ ਲੱਗੇ ਮੈਨੂੰ ਪਾਣੀ ਤੋਂ ਡਰ ਲੱਗਦਾ ਔਰ ਮੈਂ ਤੈਰ ਵੀ ਨਹੀਂ ਸਕਦੀ। I wished grandma could feel the way I did about the beach. ਮੈਂ ਇਸ ਗੱਲ ਦੀ ਆਸ ਕੀਤੀ ਕਿ ਦਾਦੀ ਮਾਂ ਨੂੰ ਵੀ ਉਸੇ ਤਰ੍ਹਾਂ ਹੀ ਬੀਚ 'ਤੇ ਜਾਣ 'ਤੇ ਫੀਲ ਹੋਵੇ ਜਿਸ ਤਰ੍ਹਾਂ ਕਿ ਮੈਨੂੰ ਪਸੰਦ ਹੈ। I love to see the pelicans fly over the water.
ਮੈਨੂੰ ਤਾਂ ਪਾਣੀ ਦੇ ਉੱਪਰ ਉੱਡਦੇ ਹੋਏ ਪੈਲੀਕਨਸ ਨੂੰ ਦੇਖਣਾ ਬਹੁਤ ਪਸੰਦ ਹੈ। ਐਂਡ ਵਨਸ ਆਈ ਈਵਨ ਸਾ ਅ ਹਿਊਜ ਇਗੁਆਨਾ, ਔਰ ਇੱਕ ਵਾਰ ਤਾਂ ਮੈਂ ਇੱਕ ਵੱਡੇ ਸਾਰੇ ਇਗੁਆਨਾ ਨੂੰ ਵੀ ਵੇਖਿਆ ਸੀ। ਪੈਲੀਕਨਸ ਬੇਟਾ, ਪੈਲੀਕਨਸ ਆਰ ਦਾ ਸੀ ਬਰਡਸ ਐਂਡ ਇਗੁਆਨਾ ਇਜ਼ ਅ greyish green lizard found in Africa? No, America. Well, I was wondering if you could take me to the beach, grandma. उसने की किया grandma ਨੂੰ, ਮੈਂ ਬੀਚ 'ਤੇ ਜਾਣਾ ਚਾਹੁੰਦੀ ਹਾਂ ਜੇਕਰ ਤੁਸੀਂ ਮੈਨੂੰ ਲੈ ਕੇ ਜਾਓ। ਆਈ ਨੀਡ ਸਮ ਨਿਊ ਸ਼ੈਲਸ ਫॉर ਮਾਈ ਕਲੈਕਸ਼ਨ। ਮੈਂ ਆਪਣੇ ਕੋਲ ਜਿਹੜੀ ਕਲੈਕਸ਼ਨ ਕੀਤੀ ਹੋਈ ਸ਼ੈਲ ਸੀ ਉਹਨਾਂ ਵਾਸਤੇ ਹੋਰ ਨਵੇਂ ਸ਼ੈਲ ਲੈਣੇ ਹਨ। ਗ੍ਰੈਂਡਮਾ ਡਿਡ ਨਾਟ ਈਵਨ ਲੁੱਕ ਅਪ ਫਰੋਮ ਦਾ ਟੀਵੀ। ਦਾਦੀ ਮਾਂ ਨੇ ਤਾਂ ਟੀਵੀ ਦੇ ਉੱਤੋਂ ਦੀ ਅੱਖਾਂ ਵੀ ਨਹੀਂ ਝਪਕਾਈਆਂ, ਮੇਰੇ ਵੱਲ ਦੇਖਿਆ ਵੀ ਨਹੀਂ। ਆਈ ਐਮ ਵਾਚਿੰਗ ਮਾਈ ਸ਼ੋ ਵੈਲ, ਕਾਂਟ ਯੂ ਗੋ ਬਾਈ ਯੋਰ ਸੈਲਫ। ਬਿਨਾਂ ਮੇਰੇ ਵੱਲ ਦੇਖੇ ਕਹਿਣ ਲੱਗੇ ਕਿ ਮੈਂ ਆਪਣਾ ਟੀਵੀ ਸ਼ੋਅ ਦੇਖ ਰਹੀ ਹਾਂ। ਵੈਲ, ਕੀ ਤੂੰ ਇਕੱਲੀ ਨਹੀਂ, ਕਾਂਟ ਯੂ ਗੋ ਬਾਈ ਯੋਰ ਸੈਲਫ, ਤੂੰ ਆਪਣੇ ਆਪ ਨਹੀਂ ਜਾ ਸਕਦੀ। No, I am not allowed to go to the beach by myself. Please, I begged, imagining grandma in a nursing home. मैं grandma ਨੂੰ ਬੜੇ softly ਫਿਰ ਰਿਕੁਐਸਟ ਕੀਤੀ, ਪਲੀਜ਼ grandma, ਮੈਨੂੰ ਇਕੱਲੇ ਨੂੰ ਬੀਚ 'ਤੇ ਜਾਣ ਦੀ ਪਰਮਿਸ਼ਨ ਨਹੀਂ ਹੈ। ਔਰ ਮੇਰੇ ਮਨ ਦੇ ਅੰਦਰ ਇੱਕਦਮ ਉਹ ਵਿਚਾਰ ਆ ਗਿਆ ਕਿ ਕਿਵੇਂ grandma ਨਰਸਿੰਗ ਹੋਮ ਵਿੱਚ ਹੋਣਗੇ। ਓਹ ਆਲ ਰਾਈਟ, grandma sighed. grandma ਨੇ ਠੰਡੀ ਸਾਹ ਭਰਦੇ ਹੋਏ ਕਿਹਾ, ਠੀਕ ਹੈ। she took my hand as we left the house and we walked to the beach. ਜਦੋਂ ਅਸੀਂ ਘਰੋਂ ਤੁਰੇ ਉਹਨਾਂ ਨੇ ਮੇਰਾ ਹੱਥ ਫੜ ਲਿਆ ਔਰ ਅਸੀਂ ਬੀਚ 'ਤੇ ਤੁਰਨ ਲੱਗ ਪਏ, ਬੀਚ ਵੱਲ ਨੂੰ ਤੁਰ ਪਏ। the sun fell hot enough to melt metal. ਸਨ ਬਹੁਤ ਹੀ ਜ਼ਿਆਦਾ ਗਰਮ ਸੀ, ਇੰਨਾ ਗਰਮ ਕਿ ਉਹ ਕਿਸੇ ਵੀ ਮੈਟਲ ਨੂੰ ਪਿਘਲਾ ਦੇਵੇ। I handed grandma a plastic bag. ਮੈਂ ਦਾਦੀ ਮਾਂ ਦੇ ਹੱਥ ਵਿੱਚ ਇੱਕ ਪਲਾਸਟਿਕ ਦਾ ਬੈਗ ਦੇ ਦਿੱਤਾ। Here, this is for the seashells you found. ਇਹ ਲਿਫਾਫਾ ਕਿਸ ਲਈ ਹੈ? ਤਾਂ ਕਿ ਤੁਹਾਨੂੰ ਜਿਹੜੇ ਵੀ ਸੀਸ਼ੈਲਸ ਮਿਲਣ ਤੁਸੀਂ ਇਸ ਵਿੱਚ ਪਾ ਲਓ। Oh, I will leave that to you, she said. ਉਹਨਾਂ ਨੇ ਕਿਹਾ ਕਿ ਇਹ ਤੂੰ ਹੀ ਲੈ ਲੈ। A soft ocean breeze blew her grey curls across her eyes. ਅਤੇ ਉਹਨਾਂ ਦੀਆਂ ਜਿਹੜੇ ਵਾਈਟ ਕਰਲ ਸੀ, ਵਾਲ ਸੀ, ਹਵਾ ਜਦੋਂ ਸੌਫਟ ਹਵਾ ਉੱਡੀ, ਜਦੋਂ ਸੌਫਟ ਹਵਾ ਸਮੁੰਦਰ ਦੇ ਕਿਨਾਰੇ ਚੱਲ ਰਹੀ ਸੀ, ਉਹਨਾਂ ਦੇ ਵਾਈਟ ਕਲਰਸ ਵਾਈਟ ਵਾਲ ਸੀ ਜਿਹੜੇ ਉਹ ਉਹਨਾਂ ਦੀਆਂ ਅੱਖਾਂ ਵੱਲ ਉੱਡ ਕੇ ਆ ਰਹੇ ਸਨ। ਆਈ ਸ਼ੁਕ ਮਾਈ ਹੈਡ, ਨੋ ਗ੍ਰੈਂਡਮਾ, ਆਈ ਨੀਡ ਆਲ ਦਾ ਹੈਲਪ ਆਈ ਕੈਨ ਗੈਟ। ਮੈਂ ਉਹਨਾਂ ਨੂੰ ਸਿਰ ਹਿਲਾਉਂਦੇ ਕਿਹਾ, ਨਹੀਂ ਗ੍ਰੈਂਡਮਾ, ਮੈਨੂੰ ਤਾਂ ਹੈਲਪ ਚਾਹੀਦੀ ਹੈ ਤੁਹਾਡੀ ਤਾਂ ਕਿ ਮੈਂ ਸੀਸ਼ੈਲਸ ਨੂੰ ਕਲੈਕਟ ਕਰ ਸਕਾਂ। ਓ ਆਲ ਰਾਈਟ, ਸ਼ੀ ਸੈਡ। ਉਹ ਕਹਿਣ ਲੱਗੀ, ਠੀਕ ਹੈ ਠੀਕ ਹੈ। ਵੀ ਵਾਕਡ ਸਾਈਡ ਬਾਏ ਸਾਈਡ ਅਪ ਦਾ ਬੀਚ। ਔਰ ਅਸੀਂ ਬੀਚ ਦੇ ਕੰਢੇ ਕੰਢੇ ਤੁਰਦੇ ਗਏ। ਆਵਰ ਹੈਡਸ ਡਾਊਨ, ਅਸੀਂ ਸਿਰ ਨੀਚੇ ਕੀਤੇ ਹੋਏ ਸੀ। ਲੁਕਿੰਗ ਫੋਰ ਓਨਲੀ ਦਾ ਮੋਸਟ ਬਿਊਟੀਫੁਲ ਸ਼ੈਲਸ। ਸਭ ਤੋਂ ਖੂਬਸੂਰਤ ਸ਼ੈਲਸ ਨੂੰ ਲੱਭਣ ਲਈ ਅਸੀਂ ਆਪਣੇ ਸਿਰ ਨੀਚੇ ਕੀਤੇ ਹੋਏ ਸਨ। Doesn't look like there's much to choose from, grandma said, shading her eyes with her hand. Maybe we should go home. grandma ਕਹਿਣ ਲੱਗੇ ਕਿ ਮੈਨੂੰ ਲੱਗਦਾ ਨਹੀਂ ਕਿ ਇੱਥੇ ਸਾਨੂੰ ਕੁਝ ਖਾਸ ਮਿਲੇਗਾ। ਔਰ ਆਪਣੇ ਹੱਥਾਂ ਨਾਲ ਉਹਨਾਂ ਨੇ ਆਪਣੀਆਂ ਅੱਖਾਂ ਨੂੰ ਸਾਫ਼ ਅੱਖਾਂ ਦੇ ਉੱਪਰ ਛਾਂ ਕਰਦੇ ਹੋਏ ਕਿਹਾ, ਸ਼ਾਇਦ ਸਾਨੂੰ ਘਰ ਚਲੇ ਜਾਣਾ ਚਾਹੀਦਾ ਹੈ। Not yet, grandma. ਅਜੇ ਨਹੀਂ ਦਾਦੀ ਮਾਂ। I will go ahead like a scout. ਮੈਂ ਇੱਕ ਸਕਾਊਟ ਦੀ ਤਰ੍ਹਾਂ, ਲੀਡਰ ਦੀ ਤਰ੍ਹਾਂ ਅੱਗੇ ਅੱਗੇ ਚੱਲਾਂਗੀ। ਐਂਡ ਸੀ ਇਫ ਆਈ ਫਾਈਂਡ ਐਨੀਥਿੰਗ ਗੁੱਡ, ਔਰ ਮੈਂ ਵੇਖਦੀ ਕਿ ਸ਼ਾਇਦ ਮੈਨੂੰ ਕੁਝ ਚੰਗਾ ਲੱਭ ਜਾਵੇ। ਆਈ ਲੁੱਕ ਬੈਕ ਐਟ ਹਰ ਐਜ਼ ਆਈ ਵਾਕਡ ਅਹੈਡ। ਅਤੇ ਮੈਂ ਅੱਗੇ ਜਾਂਦੇ ਜਾਂਦੇ ਉਹਨਾਂ ਵੱਲ ਪਿੱਛੇ ਮੁੜ ਕੇ ਦੇਖਿਆ। grandma stood watching the ocean waves and the seagulls that flew over the water searching for fish. ਅਤੇ grandma ਖੜ੍ਹੇ ਹੋ ਕੇ ਉੱਥੇ ਸਮੁੰਦਰ ਦੀਆਂ ਲਹਿਰਾਂ ਵੱਲ ਨੂੰ ਵੇਖ ਰਹੇ ਸਨ ਔਰ ਸਮੁੰਦਰ ਦੇ ਉੱਪਰ ਉੱਡ ਰਹੇ ਜਿਹੜੇ ਸੀਗਲ ਸੀ, ਸਮੁੰਦਰ ਦੇ ਉੱਪਰ ਉੱਡਣ ਵਾਲੇ ਪੰਛੀ ਜੋ ਕਿ ਮੱਛੀਆਂ ਨੂੰ ਫੜਨ ਲਈ ਉੱਥੇ ਉੱਡ ਰਹੇ ਹੁੰਦੇ ਹਨ। she took off her shoes and carried them. ਉਹਨਾਂ ਨੇ ਆਪਣੇ ਸ਼ੂਜ਼ ਉਤਾਰ ਲਏ ਔਰ ਆਪਣੇ ਹੱਥਾਂ ਵਿੱਚ ਫੜ ਲਏ। I ran on ahead and slipped a pink Triton shell from my pocket, dropping it in the sand.
मैं अगे अगे भज रही सी और मैं अपनी पॉकेट विचों पिंक ट्रेटन शैल जो कि मेरी कलैक्शन विच सी उसनूं रेत विच गिरा दिता। Farther up the beach, I did the same with my blue starfish and my green serpent star। और इसे तरह मैं अगे जांदी जांदी ने अपनी ब्लू स्टारफिश और ग्रीन सरपेंट स्टार नूं भी रेत विच सुੱਟ दिता। फाइनली आई ड्रॉप्ड माई फेवरेट शैल द बेबीज ईयर। और अखीर विच मैं अपने सब तो फेवरेट शैल सी बेबीज ईयर उसनूं भी गिरा दिता। जस्ट then I heard grandma shout। ਉਸੇ ਵੇਲੇ ਹੀ ਗ੍ਰੈਂਡਮਾ ਦੇ ਚਿल्लाਉਣ ਦੀ ਆਵਾਜ਼ ਆਈ, ਵੈਲ ਲੁੱਕ ਵਾਟ ਆਈ ਫਾਊਂਡ। ਵੈਲ ਦੇਖ ਦੇਖ ਮੈਨੂੰ ਕੀ ਲੱਭਿਆ। ਗ੍ਰੈਂਡਮਾ ਸਟੂਡ ਇਨ ਦਾ ਸੈਂਡ ਹੋਲਡਿੰਗ ਅਪ ਦਾ ਪਿੰਕ ਟ੍ਰਿਟਨ। ਗ੍ਰੈਂਡਮਾ ਰੇਤ ਵਿੱਚ ਖੜੇ ਸੀ, ਹੱਥ ਵਿੱਚ ਪਿੰਕ ਟ੍ਰਿਟਨ ਸ਼ੈਲ ਨੂੰ ਫੜ ਕੇ। ਦੈਟਸ ਬਿਊਟੀਫੁਲ ਗ੍ਰੈਂਡਮਾ, ਆਈ ਕ੍ਰਾਈਡ। ਇਟ ਵਿਲ ਲੁੱਕ ਗ੍ਰੇਟ ਇਨ ਮਾਈ ਕਲੈਕਸ਼ਨ। ਦਾਦੀ ਮਾਂ, ਇਹ ਤਾਂ ਬਹੁਤ ਖੂਬਸੂਰਤ ਹੈ, ਇਹ ਤਾਂ ਮੇਰੀ ਕਲੈਕਸ਼ਨ 'ਚ ਬਹੁਤ ਵਧੀਆ ਲੱਗੇਗਾ। ग्रैंडमा नॉडिड एंड स्माइल। ग्रैंडमा ने सिर हिलाया और मुस्कुराई। लेट्स कीप लुकिंग शी सैड। अच्छा कहते देखते चलते हैं। एंड सडनली एक्साइटेड, तो एकदम फिर एक्साइटेड हो गए। आई प्रिटेंड टू पास राइट बाय द ब्लू स्टार फिश बट ग्रैंडमा बेंड डाउन स्लोली एंड पिक्ड इट अप। मैं तो वो जरा उत्थे जिथे ब्लू स्टार फिश सुट्टी सी उत्थों दी बहाना लगा के बिना देखिया अगे नूं वध गई। बट ग्रैंडमा हौली हौली उत्थे चुके तो उन्होंने इसनूं चुक लिया। वाइल लुक एट द स्टारफिश इट्स ब्लू। कहन लगे वैल इस स्टारफिश वाल वेख, ये ब्लू है, नीले रंग दी है। यू आर रियली गुड एट दिस ग्रैंडमा। मैं क्या ग्रैंडमा तुसी तां बहुत वधिया कर रहे हो। शी कैरीड हर प्लास्टिक बैग प्राउडली। उन्होंने बड़े प्राउडली अपने प्लास्टिक बैग नूं फड़िया। एट लास्ट ग्रैंडमा केम टू माई फेवरेट शैल। और इस तरह करते करते ग्रैंडमा मेरे फेवरेट शैल बेबी ईयर तक पहुँच गए। वैल लुक एट दिस स्ट्रेंज थिंग। वैल इस अजीब जी चीज़ वाल देख। शी हैंडिड इट टू मी। उन्होंने मैनू फड़ा दिता। आई क्रैडल द शैल इन माई हैंड। मैं शैल नूं अपने हाथ विच फड़िया। इट्स कॉल्ड द बेबीज ईयर। इसनूं बेबीज ईयर कहते हैं बिकॉज डैट्स वाट इट लुक्स लाइक। क्योंकि ये एक बच्चे के कान वांगू लगती है। यू आर प्रैटी गुड एट दिस योर सैल्फ। वैल ग्रैंडमा सैड गिविंग मी अ हग। ग्रैंडमा मैनू अपनी गल वखरी च लैंदे कहन लगे तैनूं तो बहुत नॉलेज है शैल्स दी। ऑन द वे होम वी वेडिड इन द ओशन। और वापसी ते भी असी समंदर दियां लहरां विच लहरांदे होए घर आ गए। ग्रैंडमा सीम टू हैव फॉरगॉटन हर फियर ऑफ वाटर। इस तरह लग रहा सी कि ग्रैंडमा दा पानी का डर खत्म हो चुका सी। वी मैट माई मम ऑन द फ्रंट पोर्च। पोर्च हुंदा बरांडा। मैं असी मेरे मम्मा नूं जिहड़े साडे घर दे बाहर बरांडा बनिया होया उत्थे मिले। वी हैव बीन टू द बीच ग्रैंडमा टोल्ड हर। असी बीच ते गए सी। ग्रैंडमा ने उन्होंने दसिया। एंड यू नो आई थिंक आई विल स्टार्ट अ सेल कलैक्शन ऑफ माई ओन। और पता तेनू मैं सोच रही हाँ कि मैं भी अपने एक शैल कलैक्शन करनी शुरू कर देवां। यू कैन हैल्प मी वैल। वैल तू मेरी मदद करेंगी। ओके ग्रैंडमा आई सैड। मैं क्या बिल्कुल ठीक है ग्रैंडमा। माई मम एंड आई शेयर्ड अ सीक्रेट स्माइल। मैं ते मेरी मम्मा ने आपस में एक स्माइल शेयर की। तो किस गल की स्माइल सी कि नाउ वी आर बी एबल टू